ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਖਾਲਸਾ ਸੰਗਤ ਜੀਓ, ਅੱਜ ਅਸੀਂ ਆਪ ਜੀ ਦੇ ਨਾਲ ਬੜਾ ਪਿਆਰਾ ਵਿਸ਼ਾ ਸਾਂਝਾ ਕਰਨਾ ਜਾ ਰਹੇ ਹਾਂ, ਜਿਸ ਦਾ ਨਾਮ ਹੈ 10 ਇੰਦਰੀਆਂ। ਕਿਹੜੀਆਂ ਹਨ ਸਾਡੀਆਂ 10 ਇੰਦਰੀਆਂ? ਆਓ ਇਸ ਬਾਰੇ ਆਪ ਜੀ ਨਾਲ ਪੰਛੀ ਝਾਤ ਤਿਉਕ ਮਾਤਰ ਆਪ ਜੀ ਨਾਲ ਸਾਂਝ ਪਾਵਾਂਗੇ। ਸਰੀਰ ਕਰਕੇ ਜਿਨ੍ਹਾਂ ਨਾਲ ਦੇਖਦੇ ਅਸੀਂ, ਸੁਣਦੇ, ਚੱਲਦੇ ਫਿਰਦੇ, ਆਪਣਾ ਕੰਮ ਕਾਰ ਕਰਦੇ ਤੇ ਚੀਜ਼ਾਂ ਦੀ ਪ੍ਰੀਖਿਆ ਭਾਵ ਜਾਣਕਾਰੀ ਲੈ ਲੈਂਦੇ ਹਾਂ ਤੇ ਖਾਂਦੇ ਪੀਂਦੇ ਹਾਂ। ਇਹਨਾਂ ਦਾ ਨਾਮ ਇੰਦਰੀਆਂ ਕਿਹਾ ਜਾਂਦਾ। ਇਹ ਆਮ ਕਰਕੇ 10 ਗਿਣੇ ਜਾਂਦੇ ਆ। ਗੌੜੀ ਗੁਆਰੇਰੀ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਕੇ ਦੱਸ ਰਹੇ ਹਨ ਕਿ 10 ਇੰਦਰੀ ਕਰ ਰਾਖੈ ਵਾਸ, ਤਾਕੈ ਆਤਮੈ ਹੋਏ ਪ੍ਰਗਾਸ। ਜੈਸੇ ਕੰਨ, ਨੱਕ, ਜਿਹਬਾ, ਗੁਦਾ, ਲਿੰਗ, ਹੱਥ, ਪੈਰ, ਨੇਤਰ, ਤੁਚਾ ਆਦਿਕ ਹਨ, ਇਹ 10 ਇੰਦਰੀਆਂ ਗਿਣੇ ਜਾਂਦੇ। ਕਈ ਵਿਦਵਾਨ 15 ਇੰਦਰੀਆਂ ਵੀ ਗਿਣਦੇ ਆ, ਜੈਸੇ 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਪ੍ਰਾਣ ਇੰਦਰੇ, ਇਹ 15 ਗਿਣੇ ਜਾਂਦੇ। ਸਰੀਰ ਕਰਕੇ ਇਹਨਾਂ ਦੀ ਬਣਾਵਟ ਹੈ ਤੇ ਇਹਨਾਂ ਦੇ ਹੋਣ ਕਰਕੇ ਸਰੀਰ ਦੀ ਬਣਾਵਟ ਤੇ ਸਜਾਵਟ ਹੈ, ਤੇ ਇੰਦਰੀਆਂ ਦਾ ਵੇਰਵਾ ਵੀ ਆਪ ਜੀ ਨਾਲ ਸਾਂਝਾ ਕਰਾਂਗੇ। ਇੰਦਰੇ ਇਸ ਤਰ੍ਹਾਂ ਹਨ। 5 ਗਿਆਨ ਇੰਦਰੇ ਜੋ ਹਨ ਉਹ ਹਨ ਕੰਨ, ਤਵਚਾ ਸਾਡੀ ਚਮੜੀ, ਨੇਤਰ, ਰਸਨਾ, ਘਰਾਣ, ਨਾਸਾਂ। 5 ਕਰਮ ਇੰਦਰੇ ਕਿਹੜੇ ਆ? ਉਹ ਹਨ ਮੁੱਖ, ਹੱਥ, ਪੈਰ, ਗੁਦਾ, ਲਿੰਗ, ਇਹ ਕਰਮ ਇੰਦਰੇ ਹਨ। ਤੇ 5 ਪ੍ਰਾਣ ਇੰਦਰੇ ਇਹ ਹਨ ਨਾਗ, ਕੂਰਮ, ਕਰੇਕਲ, ਦੇਵਦੱਤ, ਧਨਿੰਜੈ। ਅਸਲ ਵਿੱਚ ਇਹ 5 ਵਾਜੂ ਹਨ ਜੋ ਕਿ ਸਰੀਰ ਦੇ ਅੰਦਰ ਵਾਰ ਚੱਲ ਰਹੀਆਂ ਹਨ। ਕਈ ਵਿਦਵਾਨਾਂ ਨੇ ਪ੍ਰਾਣ ਇੰਦਰੀਆਂ ਨੂੰ ਨਾਲ ਗਿਣਿਆ ਹੈ ਤੇ ਕਈਆਂ ਨੇ ਇਹਨਾਂ ਨੂੰ ਨਹੀਂ ਗਿਣਿਆ ਤੇ ਕੇਵਲ 10 ਇੰਦਰੇ ਹੀ ਗਿਣੇ ਹਨ। ਇਹਨਾਂ ਦੇ ਗੁਣ ਅਥਵਾ ਕੰਮਾਂ ਆਦਿਕਾਂ ਦਾ ਵੇਰਵਾ ਵਿਦਵਾਨਾਂ ਨੇ ਇਸ ਪ੍ਰਕਾਰ ਲਿਖਿਆ ਹੈ। ਬਹੁਤ ਸਾਰੇ ਇੰਦਰੀਆਂ ਦੇ ਗੁਣ ਤੱਤਾਂ ਤੋਂ ਉਤਪੰਨ ਹੋਏ ਹਨ। ਪਹਿਲਾ ਕੰਨਾਂ ਦਾ ਕੰਮ ਹੈ ਸੁਣਨਾ, ਕਿਉਂਕਿ ਹਰ ਇੱਕ ਤਰ੍ਹਾਂ ਦਾ ਬੁਰਾ ਅਥਵਾ ਭਲਾ ਗਿਆਨ ਅਥਵਾ ਹਰ ਪ੍ਰਕਾਰ ਦੀ ਸਿੱਖਿਆ ਕੰਨਾਂ ਦੁਆਰਾ ਹੀ ਸੁਣ ਕੇ ਹਾਸਲ ਕਰੀਦੀ ਹੈ, ਤੇ ਕੰਨਾਂ ਵਿੱਚ ਆਕਾਸ਼ ਤੱਤ ਦਾ ਗੁਣ ਹੈ। ਦੂਸਰਾ ਹੈ ਤੁਚਾ, ਸਾਡੀ ਚਮੜੀ। ਤੁਚਾ ਨਾਮ ਖਲੜੀ ਦਾ ਹੈ। ਹਰ ਇੱਕ ਚੀਜ਼ ਨਾਲ ਸਪਰਸ਼ ਕਰਨਾ, ਠੰਡੇ ਤੱਤੇ ਦੀ ਪਛਾਣ ਕਰਨੀ। ਸਾਡੇ ਜਿਵੇਂ ਹੱਥਾਂ ਤੇ, ਸਾਡੇ ਸਰੀਰ ਤੇ ਕਿਤੇ ਵੀ ਕੁਝ ਗਰਮ ਪਾਣੀ ਡੁੱਲ ਜਾਵੇ ਤੇ ਸਾਨੂੰ ਗਿਆਨ ਹੋ ਜਾਂਦਾ ਕਿ ਗਰਮ ਹੈ। ਇਸ ਇੰਦਰੇ ਦਾ ਧਰਮ ਹੈ ਤੇ ਇਸ ਵਿੱਚ ਵਾਜੂ ਦਾ ਤੱਤ ਦਾ ਗੁਣ ਹੈ, ਹਵਾ ਦਾ ਗੁਣ ਹੈ। ਤੀਜਾ ਹੈ ਨੇਤਰ ਨਾਮ। ਨੇਤਰ ਨਾਮ ਅੱਖਾਂ ਦਾ ਹੈ। ਇਸ ਇੰਦਰੇ ਦਾ ਕੰਮ ਰੂਪ ਆਦਿਕ ਦੇਖਣਾ, ਜੋ ਚੀਜ਼ ਚੰਗੀ ਮਾੜੀ ਦੇਖਣ ਵਿੱਚ ਮਾਲੂਮ ਹੁੰਦੀ, ਇਹ ਇੰਦਰਾ ਹੀ ਕਰਦਾ ਹੈ। ਹਰ ਇੱਕ ਆਦਮੀ ਤੇ ਹਰ ਇੱਕ ਚੀਜ਼ ਦੀ ਪਛਾਣ ਵੀ ਇਸ ਇੰਦਰੇ ਦੁਆਰਾ ਹੀ ਹੋ ਸਕਦੀ ਹੈ। ਇਸ ਇੰਦਰੇ ਵਿੱਚ ਤੇਜਸ ਭਾਵ ਅਗਨ ਦਾ ਗੁਣ ਹੈ, ਅੱਗ ਦਾ ਗੁਣ ਹੈ। ਚੌਥਾ ਹੈ ਇੰਦਰਾ ਰਸਨਾ। ਰਸਨਾ ਜੋ ਹੈ ਹਰ ਇੱਕ ਚੀਜ਼ ਦੇ ਸਵਾਦ ਦੀ ਪ੍ਰੀਖਿਆ, ਮਾੜਾ ਜਾਂ ਚੰਗਾ, ਖੱਟਾ, ਕੌੜਾ, ਕਸੈਲਾ, ਮਿੱਠਾ, ਇਹੋ ਇੰਦਰਾ ਕਰਦਾ ਹੈ। ਜੀਭ ਤੇ ਰੱਖ ਕੇ ਹੀ ਜੀਭ ਦੱਸ ਦਿੰਦੀ ਹੈ ਕਿ ਇਹ ਚੀਜ਼ ਲੂਣ ਵਾਲੀ ਹੈ, ਇਹ ਚੀਜ਼ ਕਸੈਲੀ ਹੈ, ਇਹ ਚੀਜ਼ ਖੱਟ ਮਿੱਠੀ ਹੈ। ਜੀਭ ਸਾਡਾ ਜੋ ਹੈ ਉਹ ਚੌਥਾ ਇੰਦਰਾ ਹੈ। ਸੋ ਨਾ ਖਾਣ ਯੋਗ ਚੀਜ਼ਾਂ ਨੂੰ ਥੂ ਥੂ ਕਰਕੇ ਥੁੱਕ ਦਿੰਦਾ ਹੈ, ਅੰਦਰ ਨਹੀਂ ਜਾਣ ਦਿੰਦਾ। ਇਸ ਇੰਦਰੇ ਵਿੱਚ ਜਲ ਦਾ ਗੁਣ ਆ, ਪਾਣੀ ਦਾ। ਪੰਜਵਾਂ ਹੈ ਘਰਾਣ ਇੰਦਰਾ, ਮਤਲਬ ਨਾਸਾਂ। ਇਹਨਾਂ ਦਾ ਕੰਮ ਹੈ ਕਿ ਸੁੰਘ ਕੇ ਚੀਜ਼ ਦੀ ਪਛਾਣ ਕਰਨੀ,
ਇਹ ਚੀਜ਼ ਖਾਣ ਯੋਗ ਆ ਜਾਂ ਨਹੀਂ, ਕਿਉਂਕਿ ਕਈ ਚੀਜ਼ਾਂ ਬੁਸੀਆਂ ਹੋਈਆਂ ਤੇ ਤਰੱਕੀਆਂ ਹੋਈਆਂ ਹੁੰਦੀਆਂ ਹਨ, ਜਦੋਂ ਕਿ ਨਾਸਾਂ ਵਾਸ਼ਨਾ ਲੈ ਕੇ ਦੱਸਦੀਆਂ ਹਨ ਕਿ ਇਹ ਚੀਜ਼ ਤਰੱਕੀ ਹੋਈ ਆ, ਜਦ ਜੀ ਖਾਣੋਂ ਰੁਕ ਜਾਂਦਾ ਹੈ। ਜਦ ਬਨਸਪਤੀ ਵਾਸਤੇ ਪਹਾੜ ਹੱਡੀਆਂ ਆਦਿਕ ਸੁੰਘ ਕੇ ਇਹ ਇੰਦਰਾ ਦੱਸਦਾ ਹੈ ਕਿ ਇਹ ਚੀਜ਼ ਬੜੀ ਸੋਹਣੀ, ਦੁਰਗੰਧ ਤੋਂ ਰਹਿਤ ਤੇ ਸੁਗੰਧੀ ਵਾਲੀ ਹੈ, ਤਾਂ ਆਦਮੀ ਖੁਸ਼ ਹੋ ਕੇ ਛਕ ਲੈਂਦਾ ਹੈ। ਤੇ ਜਦੋਂ ਅਸੀਂ ਬਾਗ ਵਿੱਚ ਸੈਰ ਕਰਨ ਜਾਈਏ ਤਾਂ ਫੁੱਲਾਂ ਆਦਿਕਾਂ ਦੀ ਵਾਸ਼ਨਾ ਇਹੋ ਇੰਦਰਾ ਲੈਂਦਾ ਹੈ, ਜਿਸ ਦੇ ਲੈਣ ਨਾਲ ਮਨ ਬੜਾ ਹੀ ਪ੍ਰਸੰਨ ਹੁੰਦਾ। ਸੋ ਹਰ ਇੱਕ ਚੀਜ਼ ਦੀ ਵਾਸ਼ਨਾ ਲੈ ਕੇ ਇਹ ਇੰਦਰਾ ਹੀ ਪ੍ਰੀਖਿਆ ਕਰਦਾ ਹੈ। ਸੋ ਇਸ ਇੰਦਰੇ ਵਿੱਚ ਧਰਤੀ ਦਾ ਗੁਣ ਹੈ। ਇਹਨਾਂ ਪੰਜਾਂ ਇੰਦਰੀਆਂ ਨੂੰ ਗਿਆਨ ਇੰਦਰੇ ਇਸੇ ਕਰਕੇ ਕਹਿੰਦੇ ਆ ਕਿ ਇਹਨਾਂ ਦੁਆਰਾ ਹੀ ਜੀਵ ਨੂੰ ਹਰ ਇੱਕ ਤਰ੍ਹਾਂ ਦਾ ਗਿਆਨ ਹੁੰਦਾ। ਸ਼ਬਦ, ਸਪਰਸ਼, ਰੂਪ, ਰਸ, ਗੰਧ। ਸੋ ਪੰਜ ਕਰਮ ਇੰਦਰੇ ਇਸ ਪ੍ਰਕਾਰ ਹਨ। ਮੁੱਖ, ਪਹਿਲਾ ਹੈ ਸਾਡਾ ਮੁੱਖ ਕਰਮ ਇੰਦਰੀਆਂ ਵਿੱਚ। ਮੁੱਖ ਦੁਆਰਾ ਸਦਾ ਬੋਲੀਦਾ ਤੇ ਵਾਹਿਗੁਰੂ ਨਾਮ ਨੂੰ ਉਚਾਰਨ ਕਰੀਦਾ ਤੇ ਹਰ ਤਰ੍ਹਾਂ ਦਾ ਪਦਾਰਥ ਛਕੀਦਾ ਹੈ। ਦੂਜਾ ਹੈ ਹੱਥ। ਹੱਥਾਂ ਨਾਲ ਸਾਰੇ ਸੰਸਾਰਕ ਕੰਮ ਤੇ ਸਾਧ ਸੰਗਤ ਦੀ ਸੇਵਾ ਕੀਤੀ ਜਾਂਦੀ ਆ। ਤੀਜਾ ਹੈ ਸਾਡਾ ਕਰਮ ਇੰਦਰਾ ਪੈਰ। ਪੈਰ ਸਦਾ ਤੁਰਨ ਦਾ ਕੰਮ ਕਰਦੇ ਆ। ਮਾੜੇ ਪਾਸੇ ਵੀ ਇਹਨਾਂ ਨਾਲ ਹੀ ਤੁਰ ਕੇ ਜਾਂਦਾ ਬੰਦਾ, ਚੰਗੇ ਪਾਸੇ ਵੀ, ਭਾਵ ਗੁਰਦੁਆਰਿਆਂ ਦੀ ਯਾਤਰਾ ਵੀ, ਸਾਧ ਸੰਗਤ ਵਿੱਚ ਵੀ ਇਹਨਾਂ ਪੈਰਾਂ ਨਾਲ ਹੀ ਤੁਰ ਕੇ ਜਾਂਦਾ ਹੈ। ਚੌਥਾ ਹੈ ਗੁਦਾ। ਸਰੀਰ ਚੋਂ ਗੰਦਗੀ ਦੂਰ ਕਰਨ ਦਾ ਕੰਮ ਕਰਦਾ ਹੈ ਤੇ ਸਰੀਰ ਅੰਦਰ ਸਦਾ ਸਫਾਈ ਰੱਖਦਾ ਹੈ। ਪੰਜਵਾਂ ਹੈ ਲਿੰਗ। ਇਹ ਵੀ ਕਈ ਤਰ੍ਹਾਂ ਦੀ ਮੈਲ ਆਦਿਕ ਦੂਰ ਕਰਦਾ ਹੈ ਤੇ ਇਸ ਇੰਦਰੇ ਦੁਆਰਾ ਹੀ ਸੰਸਾਰ ਦੀ ਰਚਨਾ ਹੁੰਦੀ ਹੈ ਤੇ ਸੰਸਾਰ ਵੱਧਦਾ ਹੈ। ਇਸ ਦਾ ਇਹੋ ਹੀ ਕਰਮ ਹੈ। ਇਹ ਉੱਪਰ ਲਿਖੇ ਪੰਜ ਕਰਮ ਇੰਦਰੀ ਹਨ, ਜਿਨ੍ਹਾਂ ਦੁਆਰਾ ਹਰ ਇੱਕ ਤਰ੍ਹਾਂ ਦੇ ਕਰਮ ਕੀਤੇ ਜਾਂਦੇ ਹਨ ਤੇ ਕਰਮ ਕਰਨ ਕਰਕੇ ਹੀ ਇਹਨਾਂ ਦਾ ਨਾਮ ਕਰਮ ਇੰਦਰੀ ਕਿਹਾ ਜਾਂਦਾ ਹੈ। ਪੰਜ ਪ੍ਰਾਣ ਇੰਦਰੀ ਇਸ ਪ੍ਰਕਾਰ ਹਨ। ਪਹਿਲਾ ਹੈ ਪ੍ਰਾਣ। ਜਿਹੜੀ ਹਵਾ ਹਿਰਦੇ ਸਥਾਨ ਵਿੱਚ ਰਹੇ ਅਤੇ ਸ਼ੁੱਧਾ ਪਿਆਸ ਆਦਿਕ ਦਾ ਕੰਮ ਕਰੇ, ਉਸ ਨੂੰ ਪ੍ਰਾਣ ਕਹਿੰਦੇ ਹਨ। ਦੂਜੀ ਹੈ ਅਪਾਨ। ਜਿਹੜੀ ਕਿ ਗੁਦਾ ਅਸਥਾਨ ਦੁਆਰਾ ਚੱਲਦੀ ਤੇ ਮਲ ਮੂਤਰ ਆਦਿਕ ਅਦੋਧਿਅਨ ਕਿਰਿਆ ਕਰਦੀ ਹੈ, ਉਸ ਦਾ ਨਾਮ ਅਪਾਨ ਵਾਯੂ ਹੈ। ਤੀਜੀ ਹੈ ਸਮਾਨ। ਜਿਹੜੀ ਨਾਭੀ ਸਥਾਨ ਵਿਖੇ ਪ੍ਰਵੇਸ਼ ਕਰਕੇ ਖਾਣ ਵਾਲੀਆਂ ਚੀਜ਼ਾਂ ਅਰਥਾਤ ਜਲ ਤੇ ਅੰਨ ਨੂੰ ਪਚਾਉਂਦੀ ਆ, ਪਾਚਨ ਯੋਗ ਚੀਜ਼ਾਂ ਨੂੰ ਕਰਦੀ ਹੈ, ਸੋ ਸਮਾਨ ਕਹੀ ਜਾਂਦੀ ਹੈ। ਚੌਥੀ ਹੈ ਉਦਾਨ। ਜਿਹੜੀ ਕੰਠ ਸਥਾਨ ਵਿੱਚ ਰਹਿ ਕੇ ਸਵਾਸਾਂ ਦੇ ਚਲਾਉਣ ਦਾ ਕੰਮ ਕਰ ਰਹੀ ਹੈ, ਉਸ ਦਾ ਨਾਮ ਉਦਾਨ ਕਿਹਾ ਜਾਂਦਾ ਹੈ। ਪੰਜਵੀਂ ਹੈ ਵਿਆਨ। ਜਿਹੜੀ ਸਾਰੇ ਸਰੀਰ ਵਿੱਚ ਪ੍ਰਵੇਸ਼ ਕਰਕੇ ਸਭ ਰਸਾਂ ਨੂੰ ਸਰੀਰ ਵਿੱਚ ਮੇਲ ਦਾ ਕੰਮ ਕਰਦੀ ਹੈ, ਉਸ ਦਾ ਨਾਮ ਵਿਆਨ ਕਿਹਾ ਜਾਂਦਾ ਹੈ। ਔਰ ਕਈਆਂ ਵਿਦਵਾਨਾਂ ਨੇ ਨਾਗ, ਕੂਰਮ, ਕ੍ਰਿਕਲ, ਦੇਵਦੱਤ, ਧਨੰਜੈ ਪੰਜ ਪ੍ਰਾਣ ਇੰਦਰੇ ਮੰਨੇ ਅਥਵਾ ਕਹੇ ਹਨ। ਤਿੰਨ ਦੀ ਉਦਗਾਰ, ਨਮੇਕ, ਸ਼ੀਕ, ਜਿੰਦਰ ਭਾਗੀ, ਮ੍ਰਿਤ ਸਰੀਰ ਫੁਲਵਾਨ, ਇਹ ਕਰਮ ਤੇ ਕਿਰਿਆ ਕਹੀ। ਪ੍ਰਿਥਵੀ, ਜਲ, ਤੇਜ, ਵਾਯੂ, ਆਕਾਸ਼ ਪੰਜਾਂ ਦੇ ਰਜੋ ਗੁਣ ਅੰਸ਼ ਤੇ ਇੱਕ ਇੱਕ ਦੀ ਕਰਮ ਤੇ ਉਤਪਤੀ ਕਹੀ ਹੈ। ਔਰ ਅਪਾਨ, ਸਮਾਨ, ਪ੍ਰਾਣ, ਉਦਾਨ, ਵਿਆਨ ਇਹਨਾਂ ਦੀ ਵੀ ਪ੍ਰਿਥਵੀ ਆਦਿਕ ਇੱਕ ਇੱਕ ਰਜੋ ਗੁਣ ਅੰਸ਼ ਤੇ ਉਤਪਤੀ ਕਹੀ ਹੈ। ਇਹਨਾਂ ਉੱਪਰ ਪ੍ਰਾਣ ਇੰਦਰੇ ਦੁਆਰਾ ਹੀ ਪ੍ਰਾਣ ਆਦਿਕ ਚੱਲ ਰਹੇ ਹਨ, ਇਸ ਕਰਕੇ ਇਹਨਾਂ ਦਾ ਨਾਮ ਪ੍ਰਾਣ ਇੰਦਰੀ ਕਿਹਾ ਜਾਂਦਾ ਹੈ। ਵਾਯੂ ਸਰੀਰ ਵਿੱਚੋਂ ਨਿਕਲ ਜਾਵੇ ਤਾਂ ਬਸ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕੇਵਲ 10 ਇੰਦਰੇ ਹੀ ਦੱਸੇ ਹਨ। ਗੁਰੂ ਜੀ ਦੇ ਪਿਆਰੇ ਗੁਰਸਿੱਖ ਇਹਨਾਂ ਇੰਦਰੀਆਂ ਨੂੰ ਵਿਛੇ ਵਿਕਾਰਾਂ ਵੱਲੋਂ ਰੋਕੀ ਰੱਖਦੇ ਹਨ, ਕਿਉਂਕਿ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਤਾ ਲੱਗਦਾ ਹੈ ਕਿ ਇਹ ਇੰਦਰਾ ਜੇ ਇਹ ਕੰਮ ਨਾ ਕਰਨ ਤਾਂ ਸਾਰਾ ਸਰੀਰ ਹੀ ਇੰਦਰੀਆਂ ਸਹਿਤ ਅਸਫਲ ਹੋ ਜਾਂਦਾ ਹੈ। ਤਾਂ ਜੇ ਇਹ ਇੰਦਰਾ ਆਪੋ ਆਪਣਾ ਕੰਮ ਗੁਰੂ ਜੀ ਦੇ ਦੱਸੇ ਹੋਏ ਉਪਦੇਸ਼ਾਂ ਅਨੁਸਾਰ ਕਰਨ ਤਾਂ ਸਫਲ ਹੋ ਸਕਦੇ ਹਨ। ਜੈਸੇ ਕਿ ਕੰਨਾਂ ਦੇ ਬਾਬਤ
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਪੰਚਮ ਬਾਣੀ ਵਿੱਚ ਫਰਮਾਉਂਦੇ ਹਨ। ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਨਣੈ ਨੋ ਪਠਾਏ, ਸਾਚੈ ਸੁਨਣੈ ਨੋ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਭਾਈ ਗੁਰਦਾਸ ਜੀ ਆਪਣੀ 27ਵੀਂ ਵਾਰ ਵਿੱਚ ਵੀ ਦੱਸਦੇ ਹਨ, ਤ੍ਰਿਗ ਸਰਵਣ ਉਪਦੇਸ ਵਿਣ ਸੁਣ ਸੁਰਤ ਨ ਧਰਣੀ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਕਵਿਤਾ ਵਿੱਚ ਵੀ ਦੱਸਦੇ ਹਨ, ਸ਼ਰਵਣ ਅਮੋਲ ਗੁਰਬਚਨ ਸ਼ਰਵਣ ਕੈ, ਦੇਹ ਸੇਵਾ ਕਰਕੇ ਪਵਿੱਤਰ ਹੁੰਦੀ ਆ। ਪਾਤਸ਼ਾਹ ਜੀ ਫਿਰ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਦੱਸਦੇ ਹਨ, ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਭੈਰੋ ਰਾਗ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਫਿਰ ਪਾਤਸ਼ਾਹ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਦੱਸਦੇ ਹਨ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨ ਜਾਏ, ਪਿਆਸ ਨ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨ ਪਾਏ, ਹਰ ਰਸ ਪਾਏ ਪੱਲੇ ਪੀਐ, ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੈ ਆਏ। ਭਾਈ ਗੁਰਦਾਸ ਜੀ ਫਿਰ ਆਪਣੇ ਕਵਿਤ ਵਿੱਚ ਵੀ ਦੱਸਦੇ ਆ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਭਾਈ ਗੁਰਦਾਸ ਜੀ ਨਾਸਾਂ ਬਾਰੇ ਵੀ ਦੱਸਦੇ ਹਨ, ਸਾਡੇ ਨੱਕ ਬਾਰੇ ਵੀ, ਨਾਸਕ ਅਮੋਲ ਗੁਰ ਚਰਨਾਰ ਬਿੰਦ ਬਾਸ਼ਨ। ਸੋ ਇਹ ਇੰਦਰੇ ਗੁਰੂ ਜੀ ਦੇ ਹੁਕਮ ਅਨੁਸਾਰ ਚੱਲ ਕੇ ਸਫਲ ਹੁੰਦੇ ਆ। ਮਨ ਜਦ ਵਾਹਿਗੁਰੂ ਦੇ ਚਰਨਾਂ ਨਾਲ ਲੱਗ ਜਾਵੇ ਤੇ ਆਪਣੇ ਮੂਲ ਨੂੰ ਪਛਾਣ ਲਵੇ, ਜੈਸਾ ਕਿ ਸਤਿਗੁਰੂ ਜੀ ਫਰਮਾਉਂਦੇ ਹਨ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਆਸਾ ਰਾਗ ਵਿੱਚ ਤੀਜੇ ਪਾਤਸ਼ਾਹ ਜੀ ਦਾ ਸ਼ਬਦ ਹੈ, ਸੰਤਾਂ ਦੇ ਸਿਰਲੇਖ ਹੇਠ ਹੈ ਔਰ ਪਾਵਨ ਅੰਗ 441 ਹੈ। ਸੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤਾਂ ਟਿਕ ਜਾਂਦਾ ਹੈ। ਜਦ ਮਨ ਟਿਕ ਜਾਵੇ ਤਾਂ ਇੰਦਰੀਆਂ ਆਪੇ ਹੀ ਟਿਕ ਜਾਂਦੀਆਂ, ਕਿਉਂਕਿ ਇੰਦਰੀਆਂ ਦਾ ਮੁਖਤਾਰਕਾਰ ਮਨ ਹੈ। ਸੋ ਜਦ ਇਹ ਟਿਕ ਜਾਣ ਤਾਂ ਜਿਗਿਆਸੂ ਜਨਾਂ ਨੂੰ ਬੜੀ ਖੁਸ਼ੀ ਪ੍ਰਾਪਤ ਹੁੰਦੀ ਆ, ਕਿਉਂਕਿ ਉਹ ਗਿਆਨ ਰੂਪੀ ਵਿਚਾਰ ਨਾਲ ਇਹਨਾਂ ਨੂੰ ਆਪਣੀ ਵਸ ਵਿੱਚ ਰੱਖਦੇ ਆ ਤੇ ਕੁਕਰਮਾਂ ਵਿੱਚ ਪ੍ਰਵਿਰਤ ਨਹੀਂ ਹੋਣ ਦਿੰਦੇ। ਉਹ ਪੁਰਸ਼ ਹੀ ਇੰਦਰੇ ਜਿੱਤ ਕਹੇ ਜਾਂਦੇ ਆ ਅਤੇ ਵਾਹਿਗੁਰੂ ਨਾਮ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਆ, ਜਿਨ੍ਹਾਂ ਦੀ ਬਾਬਤ ਗੁਰੂ ਸਾਹਿਬ ਜੀ ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਅੰਗ 236 ਤੇ ਫਰਮਾਉਂਦੇ ਹਨ, ਗੁਰ ਕਾ ਸ਼ਬਦ ਰਿਦ ਅੰਤਰ ਧਾਰੈ, ਪੰਚ ਜਨਾ ਸਿਓ ਸੰਗ ਨਿਵਾਰੈ, 10 ਇੰਦਰੀ ਕਰ ਰਾਖੈ ਵਾਸ, ਤਾਕੈ ਆਤਮੈ ਹੋਏ ਪ੍ਰਗਾਸ। ਕਿਉਂਕਿ ਗੁਰੂ ਜੀ ਦੇ ਸ਼ਬਦ ਦੀ ਓਟ ਲਏ ਤੋਂ ਬਿਨਾਂ ਇੰਦਰੇ ਵਸ ਨਹੀਂ ਹੁੰਦੇ, ਜਿੰਨਾ ਕੋਈ ਮਰਜੀ ਯਤਨ ਕਰ ਲਵੇ। ਗੁਰੂ ਪਾਤਸ਼ਾਹ ਜੀ ਮਾਰੂ ਸੋਲਹੇ ਦੇ ਸਿਰਲੇਖ ਹੇਠ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਆ, ਪਾਵਨ ਅੰਗ 1062 ਤੇ ਇਹ ਪਾਵਨ ਸ਼ਬਦ ਸਤਿਗੁਰੂ ਫਰਮਾ ਰਹੇ ਆ, ਅਨੇਕ ਜਤਨ ਕਰੇ ਇੰਦਰੀ ਵਾਸਨਾ ਹੋਈ, ਕਾਮ ਕ੍ਰੋਧ ਜਲੈ ਸਭ ਕੋਈ, ਸਤਿਗੁਰ ਸੇਵੇ ਮਨ ਵਸ ਆਵੈ, ਮਨ ਮਾਰੇ ਮਨਹਿ ਸਮਾਇਦਾ। ਸੋ ਕੁੱਲ ਇੰਦਰੀਆਂ ਦੀ ਸਫਲਤਾ ਸਤਿਗੁਰੂ ਜੀ ਨੇ ਇਸ ਪ੍ਰਕਾਰ ਦੱਸੀ ਹੈ, ਜੋ ਪਾਵਨ ਸ਼ਬਦ ਬਿਹਾਗੜਾ ਮਹੱਲਾ ਚੌਥਾ ਸੰਤਾਂ ਦੇ ਸਿਰਲੇਖ ਹੇਠ ਹੈ, ਪਾਵਨ ਅੰਗ 540 ਤੇ ਹੈ। ਆਓ ਧਿਆਨ ਦਿਓ, ਬਾਣੀ ਦੇ ਨਾਲ ਜੁੜੀਏ। ਸਤਿਗੁਰੂ ਕਿਰਪਾ ਕਰਕੇ ਦੱਸ ਰਿਹਾ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੀਰੇ RAM, ਤੇ ਸਰਵਨ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੈ ਹਰ ਤੇਰੇ RAM, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੈ ਗੁਰ ਪੈਰੇ RAM, ਗੁਰ ਵਿਟਹੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ RAM।
ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੈ ਰਾਮ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਹਰ ਲੇਖੈ ਰਾਮ। ਤਿਸ ਜਨ ਕੇ ਪਗ ਨਿਤ ਪੂਜੀਐ ਹੈ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇਸੈ ਰਾਮ। ਨਾਨਕ ਤਿਨ ਵਿਟ ਹੋ ਵਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇਸੈ ਰਾਮ। ਸਤਿਗੁਰੂ ਪਾਤਸ਼ਾਹ ਇਸੇ ਤਰ੍ਹਾਂ ਬਾਣੀ ਵਿੱਚ ਅੱਗੇ ਵੀ ਕਿਰਪਾ ਕਰਦੇ ਹਨ। ਜੋ ਜੈਤਸਰੀ ਦੀ ਵਾਰ ਹੈ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਾਵਨ ਬਾਣੀ। ਸਦ ਬਲਹਾਰੀ ਤਿਨਾ ਜੇ ਸੁਨਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮਤ। ਹਰ ਜਸ ਲਿਖੈ ਬੇਅੰਤ ਸੋਹੈ ਸੇ ਹੱਥਾ, ਚਰਨ ਪੁਨੀਤ ਪਵਿੱਤਰ ਚਾਲੈ ਪ੍ਰਭ ਪਥਾ। ਸੰਤਾਂ ਸੰਗ ਉਧਾਰ ਸਗਲਾ ਦੁਖ ਲਥਾ। ਪਾਤਸ਼ਾਹ ਜੀ ਰਾਮਕਲੀ ਵਾਰ ਵਿੱਚ ਵੀ ਕਿਰਪਾ ਕਰਕੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਜੋ ਪਾਵਨ ਅੰਗ 964 ਹੈ। ਪਾਵ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਣੀ। ਮੁਖ ਸੁਹਾਵਾ ਜਾਂ ਤਉ ਜਸ ਗਾਵੈ, ਜੀਉ ਪਿਆ ਤਉ ਸਰਣੀ। ਇਸ ਪ੍ਰਕਾਰ ਸਾਰੇ ਇੰਦਰੀ ਸਫਲ ਹੋ ਜਾਂਦੇ ਆ ਤੇ ਹਰ ਇੱਕ ਨੂੰ ਕਰਨੇ ਚਾਹੀਦੇ ਆ। ਇੱਥੇ ਭਗਤ ਜੀ ਛੰਦ ਲਿਖਦੇ ਆ। ਆਓ ਆਪਾਂ ਸਮਾਪਤੀ ਕਰੀਏ, ਸੰਪੂਰਨਤਾ ਕਰੀਏ, ਫਤਿਹ ਬੁਲਾਈਏ। ਉਸ ਤੋਂ ਪਹਿਲਾਂ ਇਸ ਛੰਦ ਦੀਆਂ ਕੁਝ ਲਾਈਨਾਂ ਨੂੰ ਅਸੀਂ ਗਾ ਕੇ ਪੜ੍ਹ ਕੇ ਆਪਣੇ ਧਿਆਨ ਦੇ ਵਿੱਚ ਵਸਾ ਸਕੀਏ। ਧਿਆਨ ਦੇਣਾ। ਉਹ ਛੰਦ ਲਿਖਦੇ ਆ, ਗੁਰਮੁਖ ਸਿੱਖ ਗੁਰੂ ਦੇ ਪਿਆਰੇ, ਇੰਦਰੀਆਂ ਨੂੰ ਕਰਦੇ ਵਸ। ਗੁਰਮੁਖ ਸਿੱਖ ਗੁਰੂ ਦੇ ਪਿਆਰੇ, ਇੰਦਰੀਆਂ ਨੂੰ ਕਰਦੇ ਵਸ। ਅੱਖਾਂ ਨਾਲ ਹਰ ਵਿਆਪਕ ਦੇਖਣ, ਕੰਨਾਂ ਦੁਆਰਾ ਸੁਣਦੇ ਜਸ। ਨਾਸਾਂ ਦੁਆਰਾ ਭਵਰੇ ਬਣਦੇ, ਗੁਰ ਚਰਨਾਂ ਸੇ ਕਰੇ ਪਿਆਰ। ਰਸਨਾ ਸੇਤੀ ਹਰ ਹਰ ਕਹਿੰਦੇ, ਇਸ ਦੇਹੀ ਦਾ ਕਰਨ ਉਧਾਰ। ਕਰਮ ਇੰਦਰੇ ਰਾਤ ਦਿਨੇ ਹੀ, ਸ੍ਰੇਸ਼ਟ ਕਰਮਾਂ ਕਰਨ ਸਦਾ। ਭਗਤ ਪਿਆਰੇ ਹਰ ਦੇ ਪ੍ਰੇਮੀ, ਪਾਲ ਪਲ ਹਰ ਹਰ ਰਟਨ ਸਦਾ। ਭਗਤ ਪਿਆਰੇ ਹਰ ਦੇ ਪ੍ਰੇਮੀ, ਪਲ ਪਲ ਹਰ ਹਰ ਰਟਨ ਸਦਾ। ਭੁੱਲਾਂ ਨਾ ਚਿਤਾਰਨੀਆਂ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।